Hello dear students, how are you? Hope you are doing good. ਅੱਜ ਅਸੀਂ ਟੌਪਿਕ ਕਰਨ ਜਾ ਰਹੇ ਹਾਂ AC ਜਨਰੇਟਰ। ਜਨਰੇਟਰ ਬਾਰੇ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਜਨਰੇਟਰ ਤੋਂ ਅਸੀਂ ਕੀ ਕੰਮ ਲੈਂਦੇ ਹਾਂ, ਕਿ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਫਿਰ ਅਸੀਂ ਕਿਸ ਚੀਜ਼ 'ਤੇ ਡਿਪੈਂਡੈਂਟ ਹੁੰਦੇ ਹਾਂ ਇਲੈਕਟ੍ਰੀਸਿਟੀ ਲਈ। ਜਾਂ ਤਾਂ ਇਨਵਰਟਰ ਲੱਗੇ ਹੁੰਦੇ ਆ ਜੀ ਸਾਡੇ ਘਰਾਂ ਦੇ ਵਿੱਚ, ਜੋ ਕਿ ਆਟੋਮੈਟਿਕਲੀ ਔਨ ਹੋ ਜਾਂਦੇ ਆ, ਜਿਸ ਦੇ ਵਿੱਚ ਬੈਟਰੀ ਹੁੰਦੀ ਹੈ ਜੋ ਇਲੈਕਟ੍ਰੀਸਿਟੀ ਨੂੰ ਸਟੋਰ ਕਰਦੀ ਹੈ। ਜਾਂ ਫਿਰ ਜਨਰੇਟਰ ਹੁੰਦੇ ਆ ਜੀ, ਅਸੀਂ ਜਨਰੇਟਰ ਚਲਾਉਂਦੇ ਹਾਂ, ਠੀਕ ਹੈ। ਤਾਂ ਕੀ ਕਰਦਾ ਜੀ ਜਨਰੇਟਰ? ਦੇਖੋ, ਜਨਰੇਟਰ ਦੇ ਵਿੱਚ ਅਸੀਂ ਕੁਝ ਫਿਊਲ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਡੀਜ਼ਲ ਯੂਜ਼ ਹੁੰਦਾ ਜਨਰੇਟਰ ਦੇ ਵਿੱਚ। ਉਸ ਦੇ ਵਿੱਚ ਇੱਕ ਕੋਇਲ ਹੁੰਦੀ ਹੈ ਜੋ ਰੋਟੇਟ ਕਰਦੀ ਹੈ ਮੈਗਨੈਟਿਕ ਫੀਲਡ ਦੇ ਵਿੱਚ, ਅਤੇ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਰੋਟੇਟ ਕਰਦੀ ਹੈ ਤਾਂ ਉਸ ਦੇ ਨਾਲ ਲਿੰਕਡ ਮੈਗਨੈਟਿਕ ਫਲਕਸ ਚੇਂਜ ਕਰਦੀ ਹੈ, ਤਾਂ ਉਹਦੇ ਵਿੱਚ EMF ਇੰਡਿਊਸ ਹੁੰਦੀ ਹੈ। ਤਾਂ ਇਹ ਮਕੈਨੀਕਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰ ਰਿਹਾ। ਤਾਂ ਪਹਿਲੀ ਗੱਲ ਤਾਂ ਇਹਦਾ ਨਾਮ ਜਨਰੇਟਰ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਕੁਝ ਜਨਰੇਟ ਨਹੀਂ ਕਰ ਰਿਹਾ, ਇਹ ਕਨਵਰਟ ਕਰ ਰਿਹਾ ਵਨ ਟਾਈਪ ਆਫ ਐਨਰਜੀ ਇਨਟੂ ਅਨਦਰ ਟਾਈਪ। ਇਟ ਇਜ਼ ਅ ਡਿਵਾਈਸ ਵਿਚ ਇਜ਼ ਯੂਜ਼ਡ ਟੂ ਕਨਵਰਟ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰੀਕਲ ਐਨਰਜੀ, ਠੀਕ ਹੈ। ਤਾਂ ਇਹ ਕਿਸ ਪ੍ਰਿੰਸੀਪਲ 'ਤੇ ਬੇਸਡ ਹੈ? ਤਾਂ ਇਟ ਇਜ਼ ਬੇਸਡ ਔਨ ਪ੍ਰਿੰਸੀਪਲ ਆਫ EMI, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਕਿ ਇਸ ਦੇ ਵਿੱਚ ਇੱਕ ਕੋਇਲ ਹੈ ਜੋ ਰੋਟੇਟ ਕਰ ਰਹੀ ਹੈ, ਉਸ ਦੇ ਨਾਲ ਲਿੰਕਡ ਮੈਗਨੈਟਿਕ ਫਲਕਸ ਚੇਂਜ ਕਰਦੀ ਹੈ, ਤਾਂ ਉਸ ਦੇ ਵਿੱਚ EMF ਇੰਡਿਊਸ ਹੁੰਦੀ ਹੈ। ਇਹ ਅਸੀਂ ਪਹਿਲਾਂ ਸਟੱਡੀ ਕਰ ਚੁੱਕੇ ਹਾਂ ਕਿ ਵੈਨਐਵਰ ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ ਚੇਂਜਿਸ ਐਂਡ EMF ਇਜ਼ ਇੰਡਿਊਸਡ। ਹੁਣ ਅਸੀਂ ਗੱਲ ਕਰਦੇ ਹਾਂ ਜੀ ਕੰਸਟਰਕਸ਼ਨ ਦੀ। ਤਾਂ ਦੇਖੋ ਜੀ, ਇਹਦੇ ਵਿੱਚ ਕੀ ਪਾਰਟਸ ਯੂਜ਼ ਕੀਤੇ ਗਏ ਹੈ। ਜੋ ABCD ਹੈ, ABCD ਇੱਕ ਰੈਕਟੈਂਗੂਲਰ ਕੋਇਲ ਹੈ ਵਿਚ ਇਜ਼ ਮੇਡ ਅਪ ਆਫ ਮੈਨੀ ਟਰਨਸ, ਲਾਰਜ ਨੰਬਰ ਆਫ ਟਰਨਸ। ਕਿਸ ਮਟੀਰੀਅਲ ਦੀਆਂ ਬਣੀਆਂ ਜੀ ਇਹ ਟਰਨਸ? ਕਾਪਰ ਦੀਆਂ, ਠੀਕ ਹੈ। ਅਤੇ ਉਸ ਦੇ ਅੰਦਰ ਇੱਕ ਸੌਫਟ ਆਇਰਨ ਕੋਰ ਪਲੇਸ ਕੀਤੀ ਜਾਂਦੀ ਹੈ, ਤਾਂ ਕਿ ਮੈਗਨੈਟਿਕ ਫੀਲਡ ਦੀਆਂ ਲਾਈਨਸ ਉਸ ਦੇ ਵਿੱਚੋਂ ਪਾਸ ਕਰਨ ਅਤੇ ਮੈਗਨੈਟਿਕ ਫੀਲਡ ਹੋਰ ਬਹੁਤ ਜ਼ਿਆਦਾ ਸਟਰੋਂਗ ਹੋ ਜਾਵੇ। ਨੌਰਥ ਅਤੇ ਸਾਊਥ ਜਿਹੜੇ ਹੈ ਇਹ ਸਟਰੋਂਗ ਮੈਗਨੇਟ ਹੈ, ਜੋ ਕਿ ਸਟਰੋਂਗ ਮੈਗਨੈਟਿਕ ਫੀਲਡ ਇਸ ਨੂੰ ਪ੍ਰੋਵਾਈਡ ਕਰਦੇ ਹੈ। ਉਸ ਤੋਂ ਬਾਅਦ ਵਿੱਚ ਹੈ ਜੀ ਜੋ ਆਰਮੇਚਰ ਕੋਇਲ ਹੈ, ਉਸ ਦੇ ਨਾਲ ਦੋ ਰਿੰਗਸ ਲਗਾਏ ਗਏ ਹੈ, R1 ਅਤੇ R2। ਮਤਲਬ ਇੱਕ ਜਿਹੜੀ ਸਾਈਡ ਹੈ ਉਹ ਇਸ ਰਿੰਗ ਨਾਲ ਕਨੈਕਟਡ ਹੈ, ਦੂਸਰੀ ਸਾਈਡ ਜਿਹੜੀ ਹੈ ਉਹ ਦੂਸਰੇ ਰਿੰਗ ਨਾਲ ਕਨੈਕਟਡ ਹੈ। ਇਹ ਰਿੰਗ ਨਾਲ ਦੀ ਨਾਲ ਉਵੇਂ ਹੀ ਰੋਟੇਟ ਕਰਦੇ ਜਿਵੇਂ ਆਰਮੇਚਰ ਕੋਇਲ ਰੋਟੇਟ ਕਰ ਰਹੀ ਹੈ। ਜੇ ਆਰਮੇਚਰ ਕੋਇਲ ਇਸ ਤਰੀਕੇ ਨਾਲ ਰੋਟੇਟ ਕਰ ਰਹੀ ਹੈ ਤਾਂ ਰਿੰਗਸ ਵੀ ਨਾਲ ਨਾਲ ਰੋਟੇਟ ਕਰਨਗੇ, ਠੀਕ ਹੈ। ਤਾਂ ਰਿੰਗਸ ਇੱਕ ਤਰੀਕੇ ਦਾ ਮੂਵੇਬਲ ਕਨੈਕਸ਼ਨ ਹੈ। ਅਤੇ ਉਸ ਦੇ ਨਾਲ ਲੱਗੇ ਹੈ ਜੀ ਬਰਸ਼ਿਜ਼। ਇਹ ਕਾਰਬਨ ਬਰਸ਼ਿਜ਼ ਹੈ, ਜੋ ਕਿ ਜੋ ਕਰੰਟ ਇਹਦੇ ਵਿੱਚ ਪ੍ਰੋਡਿਊਸ ਹੁੰਦਾ ਕੋਇਲ ਦੇ ਵਿੱਚ, ਉਹ ਐਕਸਟਰਨਲ ਸਰਕਟ ਦੇ ਵਿੱਚ ਜਾਂਦਾ ਵਾਇਆ ਬਰਸ਼ਿਜ਼, ਠੀਕ ਹੈ। ਇਹ ਆਰ ਰੈਜ਼ਿਸਟੈਂਸ ਲਗਾਇਆ ਜੀ ਅਸੀਂ, ਜੋ ਲੋਡ ਯੂਜ਼ ਕਰ ਰਹੇ ਹਾਂ, ਜਿਸ ਨੂੰ ਅਸੀਂ ਜੋ ਚੀਜ਼ ਅਸੀਂ ਚਲਾਉਣੀ ਹੈ ਜੀ ਜਨਰੇਟਰ 'ਤੇ, ਅਤੇ ਉਸ ਚੀਜ਼ ਦਾ ਲੋਡ ਹੈ ਜਿਸ ਨੂੰ ਅਸੀਂ ਰੈਜ਼ਿਸਟੈਂਸ R ਦੇ ਨਾਲ ਸ਼ੋਅ ਕੀਤਾ, ਠੀਕ ਹੈ। ਤਾਂ ਇਹ 4 ਮੇਨ ਪਾਰਟ ਹੈ ਜੀ: ਆਰਮੇਚਰ, ABCD, ਸਟਰੋਂਗ ਮੈਗਨੇਟਸ, ਪੋਲ ਪੀਸਿਸ, ਸਲਿਪ ਰਿੰਗਸ ਐਂਡ ਬਰਸ਼ਿਜ਼, ਠੀਕ ਹੈ। ਹੁਣ ਆਪਾਂ ਕਰਨੀ ਹੈ ਜੀ ਇਸ ਦੀ ਵਰਕਿੰਗ, ਕਿ ਕਿਸ ਤਰੀਕੇ ਨਾਲ ਵਰਕ ਕਰਦਾ ਹੈ, ਕਿ ਕਿਸ ਤਰੀਕੇ ਨਾਲ ਇਹਦੇ ਵਿੱਚ ਕਰੰਟ ਪ੍ਰੋਡਿਊਸ ਹੁੰਦਾ ਹੈ, ਅਤੇ ਕੀ ਮੈਥਮੈਟੀਕਲ ਐਕਸਪ੍ਰੈਸ਼ਨ ਆਪਾਂ ਯੂਜ਼ ਕਰਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਕੋਇਲ ਜਿਹੜੀ ਹੈ, ਜਿਵੇਂ ਮੈਂ ਤੁਹਾਨੂੰ ਸਮਝਾਵਾਂ ਜੀ, ਸਟਾਰਟਿੰਗ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਲੈ ਕੇ ਚੱਲੇ ਹਾਂ ਕਿ ਇਹ ਪੋਜੀਸ਼ਨ ਹੈ, ਫਿਰ ਇਸ ਤਰ੍ਹਾਂ ਹੋਗੀ ਜੀ, ਠੀਕ ਹੈ। ਫਿਰ ਇਹ ਪੋਜੀਸ਼ਨ ਹੈ, ਫਿਰ ਇਹ ਪੋਜੀਸ਼ਨ ਹੈ। ਇਸ ਪੋਜੀਸ਼ਨ ਦੇ ਵਿੱਚ ਫਲਕਸ ਮੈਕਸਿਮਮ ਹੋਏਗੀ, ਠੀਕ ਹੈ, ਅਤੇ ਇਸ ਪੋਜੀਸ਼ਨ ਦੇ ਵਿੱਚ ਫਲਕਸ ਮਿਨੀਮਮ ਹੋਏਗੀ, ਜੋ ਇਸ ਦੇ ਨਾਲ ਲਿੰਕਡ ਹੈ। ਤਾਂ ਅਸੀਂ ਇਸ ਦੀ ਫਲਕਸ ਤੋਂ ਇਸ ਦੇ ਵਿੱਚ EMF ਇੰਡਿਊਸਡ ਕੈਲਕੂਲੇਟ ਕਰਾਂਗੇ। ਕਲੀਅਰ? ਠੀਕ ਹੈ। ਹੁਣ ਜਦੋਂ ਇਹ ਇੱਥੋਂ ਇਸ ਤਰੀਕੇ ਨਾਲ ਰੋਟੇਟ ਕਰੇਗੀ ਤਾਂ CD ਆਰਮ ਡਾਊਨ ਜਾ ਰਹੀ ਹੈ, AB ਆਰਮ ਅਪ ਆ ਰਹੀ ਹੈ। ਤਾਂ ਅਸੀਂ AB ਦੇ ਉੱਪਰ ਦੇਖੋ ਫਲੈਮਿੰਗਸ ਰਾਈਟ ਹੈਂਡ ਰੂਲ ਲਗਾਉਂਦੇ ਹਾਂ। ਰਾਈਟ ਹੈਂਡ ਦੀ ਫਸਟ ਫਿੰਗਰ, ਜਿਸ ਨੂੰ ਅਸੀਂ 4 ਫਿੰਗਰ ਵੀ ਕਹਿ ਦਿੰਦੇ ਹਾਂ, ਸੈਂਟਰਲ ਫਿੰਗਰ ਅਤੇ ਥੰਬ ਨੂੰ ਮਿਊਚੁਅਲੀ ਪਰਪੈਂਡੀਕੂਲਰ ਡਾਇਰੈਕਸ਼ਨਸ ਦੇ ਵਿੱਚ ਸਟਰੈਚ ਕਰ ਲਾਂਗੇ। ਜਿਹੜੀ 4 ਫਿੰਗਰ ਹੈ ਉਹ ਮੈਗਨੈਟਿਕ ਫੀਲਡ ਰਿਪਰਜੈਂਟ ਕਰੇਗੀ ਸੇਮ ਵੇ ਦੇ ਨਾਲ, ਅਤੇ ਜੋ ਥੰਬ ਹੈ ਉਹ ਮੋਸ਼ਨ ਆਫ ਕੰਡਕਟਰ ਰਿਪਰਜੈਂਟ ਕਰੇਗਾ ਕਿ ਕਿਸ ਸਾਈਡ 'ਤੇ ਕੰਡਕਟਰ ਮੂਵ ਕਰ ਰਿਹਾ, ਜਾਂ ਜਿਸ ਸਾਈਡ 'ਤੇ ਉਸਦੇ ਉੱਪਰ ਫੋਰਸ ਲੱਗ ਰਿਹਾ ਹੈ। ਅਤੇ ਇਹਦੇ ਵਿੱਚ ਜੋ ਅਸੀਂ ਫਾਈਂਡ ਕਰਨਾ ਉਹ ਸੈਂਟਰਲ ਫਿੰਗਰ ਦੇ ਨਾਲ ਰਿਪਰਜੈਂਟ ਹੋਏਗਾ, ਕਿ ਕਰੰਟ ਅਸੀਂ ਇਹਦੇ ਵਿੱਚ ਫਾਈਂਡ ਕਰਨਾ ਹੈ ਤਾਂ ਉਹ ਸੈਂਟਰਲ ਫਿੰਗਰ ਦੇ ਨਾਲ ਰਿਪਰਜੈਂਟ ਹੋਏਗਾ। ਤਾਂ ਫਲੈਮਿੰਗਸ ਰਾਈਟ ਹੈਂਡ ਰੂਲ ਅਸੀਂ ਇਸ ਤਰੀਕੇ ਨਾਲ ਸਟਰੈਚ ਕਰ ਲੈਂਦੇ ਹਾਂ, ਠੀਕ ਹੈ। ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਸਾਡੀ ਫਸਟ ਫਿੰਗਰ ਦੱਸਦੀ ਹੈ, ਤਾਂ ਮੈਗਨੈਟਿਕ ਫੀਲਡ ਨੂੰ ਅਸੀਂ ਇਸ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਲੈਂਦੇ ਹਾਂ। ਦੇਖੋ, ਤਾਂ ਮੈਗਨੈਟਿਕ ਫੀਲਡ ਹੈ ਫਰੋਮ ਨੌਰਥ ਟੂ ਸਾਊਥ,
जो मेरा थंब है ऊपर वाला है, तो ए बी साइड भी ऊपर वाल आ रही है, ठीक है ना। ए बी साइड देखो ऊपर वाल आ रही है, तो जो ए बी साइड ऊपर वाल आ रही है तो ये सेंट्रल जो फिंगर है ये वाली, तो इस डायरैक्शन ਦੇ ਵਿੱਚ करंट इंड्यूस होएगा, तो इस ਦੇ ਵਿੱਚ करंट इंड्यूस होएगा ए टू बी। जो इस तरीके ਨਾਲ ਹੀ ਅਸੀਂ ਸੀ ਡੀ 'ਤੇ ਲਗਾਵਾਂਗੇ तो सी डी ਦੇ ਵਿੱਚ करंट डाउन इंड्यूस होएगा। ਹੁਣ जो सी डी है वो कनैक्टड है इस R2 रिंग ਦੇ ਨਾਲ, मतलब R2 रिंग ने इस ਨਾਲ ही रोटेट करना है। तो ए बी जो कनैक्टड है वो कनैक्टड है जी R1 रिंग ਦੇ ਨਾਲ, तो R1 ने इस ਦੇ ਨਾਲ रोटेट करना है, ठीक है। तो एक्सटर्नल सर्किट ਦੇ ਵਿੱਚ करंट इस तरीके ਨਾਲ फ्लो करेगा भी इधरों, तो इस तरीके ਨਾਲ करंट प्रोड्यूस होएगा तो आर ਦੇ ਵਿੱਚੋਂ फ्लो करेगा। ये जो रोटेट करके मतलब इस पोजीशन तो इस पोजीशन ਦੇ ਵਿੱਚ जाएगी, जो ਇੱਥੇ आ जाएगी जी ਹੁਣ देखो इस पोजीशन ਦੇ ਵਿੱਚ, ਤਾਂ ਅਸੀਂ ਫਿਰ ਫਲੈਮਿੰਗਸ ਰਾਈਟ ਹੈਂਡ ਰੂਲ ਲਗਾਵਾਂਗੇ ਤਾਂ ਕਰੰਟ ਦੀ ਡਾਇਰੈਕਸ਼ਨ ਅਸੀਂ ਫਾਈਂਡ ਕਰ ਸਕਦੇ ਹਾਂ, ਠੀਕ ਹੈ। ਹੁਣ ਏ ਬੀ ਆਰਮ ਇੱਧਰ ਆ ਗਈ, ਹੁਣ ਇਹਦੇ ਵਿੱਚ ਕਰੰਟ ਇਸ ਡਾਇਰੈਕਸ਼ਨ 'ਚ ਇੰਡਿਊਸ ਹੋਏਗਾ। ਹੁਣ ਸੀ ਡੀ ਆਰਮ ਦੇ ਵਿੱਚ ਕਰੰਟ ਇਸ ਡਾਇਰੈਕਸ਼ਨ ਦੇ ਵਿੱਚ ਇੰਡਿਊਸ ਹੋਏਗਾ ਫਰੋਮ ਡੀ ਟੂ ਸੀ। ਹੁਣ ਜਦੋਂ ਇਹਦੇ ਵਿੱਚ ਕਰੰਟ ਇੰਡਿਊਸ ਹੋਏਗਾ ਜੀ, ਏ ਬੀ ਆਰਮ ਜਿਹੜੀ ਹੈ ਉਹ ਕਨੈਕਟਡ ਸੀਗੀ R1 ਦੇ ਨਾਲ, ਤੇ ਸੀ ਡੀ ਆਰਮ ਜਿਹੜੀ ਹੈ ਉਹ ਕਨੈਕਟਡ ਸੀਗੀ R2 ਦੇ ਨਾਲ। ਤੇ ਐਕਸਟਰਨਲ ਸਰਕਟ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਦੇਖੋ, R1 ਤੋਂ ਇੱਧਰ ਕਰੰਟ ਜਾਏਗਾ ਜੀ, ਤੇ ਕਰੰਟ ਦੀ ਡਾਇਰੈਕਸ਼ਨ ਐਕਸਟਰਨਲ ਸਰਕਟ ਦੇ ਵਿੱਚ ਚੇਂਜ ਹੋ ਜਾਏਗੀ, ਠੀਕ ਹੈ ਨਾ। ਤੇ ਐਕਸਟਰਨਲ ਸਰਕਟ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ। ਕਰੰਟ ਹੁਣ ਜਿਵੇਂ ਜਿਵੇਂ ਫਲਕਸ ਚੇਂਜ ਕਰੇਗੀ ਉਸ ਤਰੀਕੇ ਦੇ ਨਾਲ EMF ਵੀ ਚੇਂਜ ਕਰੇਗੀ, ਕਿਉਂਕਿ E = d∅dt ਹੁੰਦਾ। ਕਰੰਟ ਦਾ ਸਾਈਨ ਵੀ ਚੇਂਜ ਹੋ ਰਿਹਾ ਹੈ ਤੇ ਕਰੰਟ ਦਾ ਮੈਗਨੀਚਿਊਡ ਵੀ ਚੇਂਜ ਹੋਏਗਾ। ਤੇ ਇਸੇ ਕਰੰਟ ਨੂੰ ਅਸੀਂ ਅਲਟਰਨੇਟਿੰਗ ਕਰੰਟ ਕਹਿੰਦੇ ਹਾਂ। ਇਸ ਲਈ ਅਸੀਂ ਇਸ ਜਨਰੇਟਰ ਨੂੰ AC ਜਨਰੇਟਰ ਕਹਿੰਦੇ ਹਾਂ ਕਿ ਇਹਦੇ ਵਿੱਚ AC ਪ੍ਰੋਡਿਊਸ ਹੋ ਰਿਹਾ, ਠੀਕ ਹੈ। ਹੁਣ ਅਸੀਂ ਕੁਝ ਮੈਥਮੈਟੀਕਲ ਕੈਲਕੂਲੇਸ਼ਨਸ ਕਰਦੇ ਹਾਂ। ਦੇਖੋ, if omega is the angular velocity of the coil, ਤਾਂ theta is equal to omega 2। तो जिन्ने एंगल नाल coil रोटेट कर रही है in time t, theta is equal to omega t। then flux linked with the coil कितनी होएगी? magnetic flux linked with the coil phi is equal to BA cos theta। if it has n turns then NBA cos theta, ठीक है। theta is equal to omega t, then phi is equal to NBA cos omega t। So this is the flux linked with the coil at any time t। A EMF induced in the coil E is equal to minus d phi over dt। तो minus d by dt of NBA cos omega t। NBA is constant, take it outside, minus NBA d by dt of cos omega t। cos ਦਾ ਡੈਰੀਵੇਟਿਵ ਕੀ ਹੁੰਦਾ ਜੀ, ਹੁਣ ਸਾਨੂੰ ਪਤਾ ਹੈ। ਤਾਂ cos ਦਾ ਡੈਰੀਵੇਟਿਵ ਹੁੰਦਾ ਜੀ, cos ਦਾ ਡੈਰੀਵੇਟਿਵ ਹੁੰਦਾ ਜੀ ਮਾਈਨਸ ਸਾਈਨ ਓਮੇਗਾ ਟੀ। तो ओमेगा टी का दोबारा डेरिवेटिव जी नाल, ओमेगा टी का डेरिवेटिव आएगा ओमेगा, तो माइनस ते माइनस मल्टीप्लाई करके प्लस हो जाएगा, ये हो जाएगा जी NBA ओमेगा साइन ओमेगा टी। E इज इक्वल टू दिस। हुण जिहड़ी ये वैल्यू आ रही है जी NBA ओमेगा, क्योंकि साइन के तो कोई यूनिट होंदे नहीं, तो इसके यूनिट होणगे EMF वाले। तो इसकी EMF की वैल्यू मैक्सिमम कदों होएगी, जो साइन का जो एंगल है ये इसकी वैल्यू 1 बन जाएगी। जो साइन की मैक्सिमम वैल्यू 1 होंदी है तो E की मैक्सिमम वैल्यू हो जाएगी जी NBA ओमेगा, मतलब इसनों E0 कहांगे। तो वी कैन राइट E इज इक्वल टू E0 साइन ओमेगा टी, वेयर NBA ओमेगा इज E0 मैक्सिमम EMF इंड्यूस्ड। तो ये फॉर्मूला बन जाएगा जी, जो EMF इंड्यूस हो रही है वो साइन करव के नाल वेरी करेगी, ठीक है। तो इस दे इत्थे सानू दिखाई दे रहा है जी साफ बिल्कुल कि जो फ्लक्स है वो कॉस करव उसकी बन रही है, तो जो EMF है उसकी साइन करव बन रही है। मतलब कॉयल दे नाल लिंक्ड फ्लक्स जो 0 होएगी तो उस टाइम ते EMF मैक्सिमम होएगी, तो जिस टाइम ते फ्लक्स मैक्सिमम होएगी उस टाइम ते EMF 0 होएगी,
ठीक है, मतलब एक दूजे तो अपोजिट होणगियां। तो इसका असीं ग्राफ भी प्लॉट कर सकते हैं बड़ा ईजीली। तो जे असीं इंड्यूस्ड करंट फाइंड करना है तो इंड्यूस्ड करंट होएगा जी आई इज़ इक्वल टू ई ओवर आर, तो इज़ इक्वल टू ई नॉट ओवर आर साइन ओमेगा टी, कि जो करंट इस दे विच इंड्यूस हो रहा है। ठीक है जी, तो आई होप कि तुहानूं गल समझ आ रही होएगी जो मैं समझा रहा। तो इस तरीके नाल असीं मैथेमैटिकल एक्सप्रैशन फाइंड कर लिया जी EMF इंड्यूस्ड दा ते करंट इंड्यूस्ड दा। क्लीयर? ये सारे जिहड़ियां पोजीशनस है ये तो मैं एक्सप्लेन करने लई बनाई हैं तुहानूं कि किस तरीके नाल फ्लक्स ते EMF वेरी करते हैं। ठीक है, ये देखो जी स्टार्टिंग पोजीशन दे विच ये पोजीशन है कि AB साइड अप है तो CD साइड डाउन है। ठीक है, बिल्कुल इस तरह है, फ्लक्स लिंक्ड मैक्सीमम है। उस तो बाद विच इस पोजीशन दे विच की हो गया कि AB साइड इधर आ गई जी, CD साइड इधर आ गई। इस पोजीशन दे विच फ्लक्स लिंक्ड 0 है। फिर रोटेट की AB साइड डाउन चली गई। ठीक है, आ जो येलो वाली साइड है साडी CD साइड है, तो असीं इत्थे ये पोजीशन हो गई जी। फिर फ्लक्स लिंक्ड मैक्सीमम हो गई, फिर इस तरह घूम गई जी। ठीक है, फिर फ्लक्स लिंक्ड 0 हो गई। तो इस पोजीशन दे विच फिर फ्लक्स लिंक्ड मैक्सीमम होगी, क्योंकि मैग्नेटिक फील्ड लाइनस इस तो परपेंडिकुलरली पास कर रही हैं। तो मैं फ्लक्स का ग्राफ प्लॉट करने जा रहा, देखो किस तरह का बनता है। तो फ्लक्स की कॉस करो बननी है ना जी। ठीक है, इत्थे फ्लक्स लिंक्ड मैक्सीमम है स्टार्टिंग, तो ये मैक्सीमम है, फिर 0 होगी। ठीक है जी, फिर मैक्सीमम होगी, फिर ऑपोजिट डायरेक्शन मैक्सीमम होगी, फिर 0 होगी जी, तो फिर मैक्सीमम होगी। तो इस तरह का ग्राफ बनेगा जी। कॉस करो बनेगी फाई दी कि फाई इज़ इक्वल टू NBA कॉस ओमेगा टी। ठीक है, तो जो फ्लक्स जे असीं कॉस करव बनाई है तो EMF की साइन करव बन रही है जी। देखो E इज़ इक्वल टू E नॉट साइन ओमेगा टी। ठीक है, तो इस पोजीशन दे विच साडी EMF जो है प्रोड्यूस्ड 0 है, तो इस पोजीशन दे विच मैक्सीमम है, फिर 0 है, फिर ऑपोजिट डायरेक्शन मैक्सीमम है, तो फिर 0 है। तो साइन करव दे नाल असीं रिप्रजेंट कर रहे हैं। ठीक है जी, तो इस तरीके जो कॉयल अलग अलग पोजीशनस से आती है उस दे नाल फ्लक्स ते EMF जो है चेंज करते हैं। ठीक है, तो ये ग्राफ्स तुहानूं शो करने की जरूरत नहीं है, तुसीं सिर्फ इत्थों तक EMF करंट इंड्यूस्ड तक फाइंड करो। ठीक है, तो अपना पर्पज़ सॉल्व हो जाएगा। तो आई होप कि तुहानूं ये टॉपिक जो है वो समझ लग गया होएगा कि AC जनरेटर का की प्रिंसीपल है, की कंस्ट्रक्शन है, तो की वर्किंग है। ठीक है, इसनूं असीं डायनमो भी कहने AC डायनमो, AC जनरेटर और AC डायनमो। ठीक है, सो ऑल द बेस्ट, हैव अ नाइस डे।